ਵੀਕਲੀ ਇਮੀਗ੍ਰੇਸ਼ਨ ਅਪਡੇਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵਰੁਣ ਕੌਰ ਮਾਨ। ਹਜ਼ਾਰਾਂ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰਨਗੇ ਕੈਨੇਡਾ ਅਤੇ ਅਮਰੀਕਾ। USCIS ਨੇ 7 ਫਰਵਰੀ ਤੋਂ ਬਹੁਤ ਸਾਰੀਆਂ ਕੈਟਾਗਰੀਜ਼ ਲਈ ਵਰਕ ਪਰਮਿਟ ਦੀ ਵਧਾਈ ਮਿਆਦ। ਆਸਟ੍ਰੇਲੀਆ ਵੱਲੋਂ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਦਾ ਐਲਾਨ, ਇਨ੍ਹਾਂ ਸੈਲਾਨੀਆਂ ਨੂੰ ਨਹੀਂ ਮਿਲੇਗੀ ਐਂਟਰੀ। UAE ਤੋਂ ਬਾਅਦ ਹੁਣ ਬਹਿਰੀਨ ਦੇਵੇਗਾ ਗੋਲਡਨ ਵੀਜ਼ਾ। ਕੈਨੇਡਾ ਵਿੱਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਵਿਚਕਾਰ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ। ਕੈਨੇਡਾ ਨੇ ਪਤੀ ਪਤਨੀ ਅਤੇ ਬੱਚੇ ਦੀ ਸਪਾਂਸਰਸ਼ਿਪ ਲਈ ਨਵਾਂ ਇਮੀਗ੍ਰੇਸ਼ਨ ਐਪਲੀਕੇਸ਼ਨ ਟਰੈਕਰ ਕੀਤਾ ਲਾਂਚ। ਵਿਦੇਸ਼ ਤੋਂ ਭਾਰਤ ਆਉਣ ਵਾਲਿਆਂ ਦੀ ਹੁਣ RT-PCR ਜਾਂਚ ਨਹੀਂ, 14 ਫਰਵਰੀ ਤੋਂ ਲਾਗੂ ਹੋਣਗੇ ਨਵੇਂ ਦਿਸ਼ਾ ਨਿਰਦੇਸ਼। UK ਸਰਕਾਰ ਦਾ ਵੱਡਾ ਫੈਸਲਾ, 11 ਫਰਵਰੀ ਤੋਂ ਆਉਣ ਵਾਲੇ ਲੋਕਾਂ ਲਈ ਨੈਗੇਟਿਵ ਰਿਪੋਰਟ ਦੀ ਲੋੜ ਖਤਮ। ਫਿਲੀਪੀਨ ਨੇ ਵਿਦੇਸ਼ੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ। ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਜਾਣ ਵਾਲੀਆਂ ਫਲਾਈਟਾਂ ਨੂੰ 27 ਮਾਰਚ ਤੋਂ ਕੀਤਾ ਜਾ ਸਕਦਾ ਹੈ ਸ਼ਡਿਊਲ ਵਿੱਚ ਸ਼ਾਮਲ। ਏਅਰ ਇੰਡੀਆ ਅਤੇ ਏਅਰ ਏਸ਼ੀਆ ਦਰਮਿਆਨ ਹੋਇਆ ਵੱਡਾ ਸਮਝੌਤਾ, ਯਾਤਰੀਆਂ ਨੂੰ ਮਿਲੇਗੀ ਖਾਸ ਸਹੂਲਤ। ਦਿੱਲੀ ਤੋਂ ਲੰਡਨ ਬੱਸ ਸੇਵਾ ਮੁੜ ਹੋਏਗੀ ਸ਼ੁਰੂ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਅਮਰੀਕਾ ਦੇ ਬਾਰਡਰ ਤੋਂ ਕੁਝ ਮੀਟਰ ਦੀ ਦੂਰੀ ਤੇ ਮੌਤ ਦੇ ਮੂੰਹ ਵਿੱਚ ਗਏ ਭਾਰਤੀ ਪਰਿਵਾਰ ਦੇ ਮਸਲੇ ਨੂੰ ਕੈਨੇਡਾ ਸਰਕਾਰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਵੀਜ਼ਾ ਅਰਜ਼ੀਆਂ ਦੀ ਡੂੰਘਾਈ ਨਾਲ ਘੋਖ ਸ਼ੁਰੂ ਕਰ ਦਿੱਤੀ ਗਈ ਹੈ। ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਸਮੇਂ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਸਕਦੀਆਂ ਨੇ। ਅਮਰੀਕਾ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ। ਭਾਰਤੀ ਨਾਗਰਿਕਾਂ ਦੀਆਂ ਵੀਜ਼ਾ ਅਰਜ਼ੀਆਂ ਦੀ ਬਰੀਕੀ ਨਾਲ ਪੁਣਛਾਣ ਕੀਤੀ ਜਾ ਰਹੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਅਫਸਰਾਂ ਵੱਲੋਂ ਇਸ ਗੱਲ ਦੀ ਤਸਦੀਕ ਹੋਣ ਤੋਂ ਬਾਅਦ ਹੀ ਵੀਜ਼ਾ ਜਾਰੀ ਕੀਤਾ ਜਾਏਗਾ ਕਿ ਸੰਬੰਧਿਤ ਸ਼ਖਸ ਦਾ ਕੈਨੇਡਾ ਆਉਣ ਦਾ ਮਕਸਦ ਕੀ ਹੈ। USCIS ਨੇ 7 ਫਰਵਰੀ ਤੋਂ ਬਹੁਤ ਸਾਰੀਆਂ ਕੈਟਾਗਰੀਜ਼ ਲਈ ਵਰਕ ਪਰਮਿਟ ਦੀ ਮਿਆਦ ਵਧਾ ਦਿੱਤੀ ਹੈ। ਜਿਨ੍ਹਾਂ ਨੇ ਅਸਾਈਲਮ ਦੇ ਕੇਸ ਲਗਾਏ ਸੀ, ਪਹਿਲਾਂ ਉਹਨਾਂ ਨੂੰ 2 ਸਾਲ ਲਈ ਵਰਕ ਪਰਮਿਟ ਦਿੱਤਾ ਜਾਂਦਾ ਸੀ, ਪਰ ਹੁਣ ਬਾਕੀ ਬਹੁਤ ਸਾਰੀਆਂ ਕੈਟਾਗਰੀਜ਼ ਨੂੰ 1 ਸਾਲ ਵਾਸਤੇ ਵਰਕ ਪਰਮਿਟ ਦਿੱਤਾ ਜਾਂਦਾ ਸੀ। ਹਰ ਸਾਲ ਉਹਨਾਂ ਨੂੰ ਵਰਕ ਪਰਮਿਟ ਰੀਨਿਊ ਕਰਾਉਣਾ ਪੈਂਦਾ ਸੀ, ਪਰ ਕੋਵਿਡ ਦੇ ਕਰਕੇ USCI ਕੋਲ ਬਹੁਤ ਵੱਡਾ ਬੈਕਲੌਗ ਹੈ। ਉਹ USCIS ਨੇ ਇਸ ਬੈਕਲੌਗ ਨੂੰ ਘੱਟ ਕਰਨ ਵਾਸਤੇ ਇੱਕ ਨਵਾਂ ਚੇਂਜ ਲੈ ਕੇ ਆਂਦਾ ਹੈ। ਜਿਨ੍ਹਾਂ ਕੈਟਾਗਰੀਜ਼ ਨੂੰ 2 ਸਾਲ ਵਾਸਤੇ ਮੁੱਖ ਪਰਮਿਟ ਮਿਲੇਗਾ, ਉਹਨਾਂ ਵਿੱਚ A3, A5, A10, C31 ਕੈਟਾਗਰੀ ਵਿੱਚ ਆਉਣ ਵਾਲੇ ਲੋਕ ਸ਼ਾਮਲ ਹਨ। ਆਸਟ੍ਰੇਲੀਆ 21 ਫਰਵਰੀ ਨੂੰ ਸੈਲਾਨੀਆਂ ਲਈ ਆਪਣੀ ਅੰਤਰਰਾਸ਼ਟਰੀ ਸਰਹੱਦ ਖੋਲ੍ਹ ਦੇਗਾ। ਹਾਲਾਂਕਿ ਸਿਰਫ ਉਹਨਾਂ ਲੋਕਾਂ ਨੂੰ ਦੇਸ਼ ਵਿੱਚ ਆਉਣ ਦੀ ਆਗਿਆ ਦਿੱਤੀ ਜਾਏਗੀ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਨੇ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਉਹਨਾਂ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਬੈਠਕ ਤੋਂ ਬਾਅਦ ਕਿਹਾ, ਮੈਨੂੰ ਪਤਾ ਹੈ ਕਿ ਸੈਰ ਸਪਾਟਾ ਉਦਯੋਗ ਇਸ ਦਾ ਇੰਤਜ਼ਾਰ ਕਰ ਰਿਹਾ ਹੋਵੇਗਾ। ਅਗਲੇ 2 ਹਫ਼ਤਿਆਂ ਵਿੱਚ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕਰਨ ਦਾ ਮੌਕਾ ਮਿਲੇਗਾ। ਉਹਨਾਂ ਨੇ ਕਿਹਾ ਕਿ 21 ਫਰਵਰੀ ਤੋਂ ਆਸਟ੍ਰੇਲੀਆ ਆਉਣ ਵਾਲੇ ਲੋਕਾਂ ਲਈ ਕੋਰੋਨਾ ਵੈਕਸੀਨ ਦੀਆਂ 2 ਖੁਰਾਕਾਂ ਲੈਣਾ ਲਾਜ਼ਮੀ ਹੋਏਗਾ। ਦੱਸਣਯੋਗ ਹੈ ਕਿ ਮੌਰਿਸਨ ਨੇ ਪਿਛਲੇ ਸਾਲ ਅਕਤੂਬਰ ਵਿੱਚ ਕਿਹਾ ਸੀ ਕਿ ਵਿਦੇਸ਼ੀ ਨਾਗਰਿਕਾਂ ਲਈ ਆਸਟ੍ਰੇਲੀਆ ਦੀਆਂ ਸਰਹੱਦਾਂ 2022 ਵਿੱਚ ਖੋਲ੍ਹ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਸੈਲਾਨੀਆਂ ਨੂੰ ਲਗਭਗ 2 ਸਾਲ ਬਾਅਦ ਆਸਟ੍ਰੇਲੀਆ ਆਉਣ ਦੀ ਆਗਿਆ ਦਿੱਤੀ ਜਾਏਗੀ, ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਮਾਰਚ 2020 ਤੋਂ ਆਸਟ੍ਰੇਲੀਆ ਦੀਆਂ ਸਰਹੱਦਾਂ ਜ਼ਿਆਦਾਤਰ ਵਿਦੇਸ਼ੀ ਲੋਕਾਂ ਲਈ ਬੰਦ ਨੇ। ਸੰਯੁਕਤ ਅਰਬ ਅਮੀਰਾਤ ਤੋਂ ਬਾਅਦ ਹੁਣ ਬਹਿਰੀਨ ਨੇ ਵੀ ਗੋਲਡਨ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਵੀਜ਼ੇ ਦਾ ਮੁੱਖ ਮਕਸਦ ਬਹਿਰੀਨ ਵਿੱਚ ਪ੍ਰਤਿਭਾ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ। ਗੋਲਡਨ ਵੀਜ਼ਾ ਖਾੜੀ ਦੇਸ਼ਾਂ ਵਿੱਚ ਜਾਰੀ ਆਰਥਿਕ ਮੁਕਾਬਲੇ ਦਾ ਇੱਕ ਉਦਾਹਰਣ ਹੈ। ਗੋਲਡਨ ਵੀਜ਼ਾ ਪਾਉਣ ਵਾਲੇ ਲੋਕਾਂ ਨੂੰ ਬਹਿਰੀਨ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ ਜੋ ਹੋਰ ਵੀਜ਼ਾ ਧਾਰਕਾਂ ਨੂੰ ਨਹੀਂ ਮਿਲਦੀਆਂ। ਖਾੜੀ ਦੇਸ਼ਾਂ ਵਿੱਚ ਰਹਿਣ ਅਤੇ ਕੰਮ ਕਰਨ ਵਾਲੇ ਵਿਦੇਸ਼ੀਆਂ ਦੇ ਕੋਲ ਰਵਾਇਤੀ ਤੌਰ ਤੇ ਆਮ ਵੀਜ਼ੇ ਹੁੰਦੇ ਨੇ ਜੋ ਕੁਝ ਸਾਲਾਂ ਦੇ ਲਈ ਹੀ ਜਾਇਜ਼ ਹੁੰਦੇ ਨੇ। ਇਸ ਤੋਂ ਬਾਅਦ ਸੰਬੰਧਿਤ ਧਾਰਕ ਨੂੰ ਵੀਜ਼ਾ ਰੀਨਿਊ ਕਰਾਉਣ ਦੀ ਜ਼ਰੂਰਤ ਪੈਂਦੀ ਹੈ। ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਗੋਲਡਨ ਰੈਜ਼ੀਡੈਂਸੀ ਵੀਜ਼ੇ ਨੂੰ ਜਾਰੀ ਕੀਤਾ। ਮੰਤਰਾਲੇ ਨੇ ਕਿਹਾ ਕਿ ਇਸ ਨੂੰ ਪਾਉਣ ਵਾਲੇ ਵਿਅਕਤੀ ਨੂੰ ਬਹਿਰੀਨ ਵਿੱਚ ਅਣਮਿੱਥੇ ਸਮੇਂ ਤੱਕ ਰਹਿਣ ਦਾ ਅਧਿਕਾਰ ਹੋਏਗਾ। ਇਸ ਤੋਂ ਇਲਾਵਾ ਗੋਲਡਨ ਵੀਜ਼ਾ ਧਾਰਕਾਂ ਨੂੰ ਬਹਿਰੀਨ ਵਿੱਚ ਕੰਮ ਕਰਨ ਦਾ ਅਧਿਕਾਰ, ਅਸੀਮਤ ਪ੍ਰਵੇਸ਼ ਅਤੇ ਨਿਕਾਸ ਦਾ ਅਧਿਕਾਰ ਵੀ ਹੋਏਗਾ। ਅਜਿਹੇ ਵੀਜ਼ਾ ਧਾਰਕ ਆਪਣੇ ਕਰੀਬੀ ਪਰਿਵਾਰ ਦੇ ਮੈਂਬਰਾਂ ਨੂੰ ਬਗੈਰ ਕਿਸੇ ਤਾਮ-ਜਾਮ ਦੇ ਬਹਿਰੀਨ ਲਿਆ ਸਕਦੇ ਨੇ। ਮੰਤਰਾਲੇ ਨੇ ਗੋਲਡਨ ਵੀਜ਼ਾ ਜਾਰੀ ਕਰਕੇ ਕਿਹਾ ਕਿ ਇਸ ਦਾ ਮਕਸਦ ਨਿਵੇਸ਼ਕਾਂ, ਕਾਰੋਬਾਰੀਆਂ ਅਤੇ
ਅਤੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਕਰਸ਼ਿਤ ਕਰਨਾ ਹੈ ਜੋ ਬਹਿਰੀਨ ਦੀ ਲਗਾਤਾਰ ਸਫਲਤਾ ਦੇ ਵਿੱਚ ਯੋਗਦਾਨ ਦੇ ਸਕਦੇ ਨੇ। ਦਰਅਸਲ ਬਹਿਰੀਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ। ਬਹਿਰੀਨ ਤੇ ਕਰਜ਼ੇ ਦਾ ਦਬਾਅ ਵੀ ਲਗਾਤਾਰ ਵੱਧਦਾ ਜਾ ਰਿਹਾ। ਪਿਛਲੇ ਸਾਲ ਅਕਤੂਬਰ ਵਿੱਚ ਬਹਿਰੀਨ ਨੇ ਕਈ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਤੋਂ ਇਲਾਵਾ ਨਵੇਂ ਆਰਥਿਕ ਵਿਕਾਸ ਦਾ ਐਲਾਨ ਕੀਤਾ ਸੀ। ਗੋਲਡਨ ਵੀਜ਼ਾ ਪਾਉਣ ਦੇ ਲਈ ਸੰਬੰਧਿਤ ਵਿਅਕਤੀ ਨੂੰ ਬਹਿਰੀਨ ਵਿੱਚ ਘੱਟ ਤੋਂ ਘੱਟ 5 ਸਾਲ ਤੱਕ ਰਹਿਣਾ ਹੋਏਗਾ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਹਰੇਕ ਮਹੀਨਾ ਘੱਟ ਤੋਂ ਘੱਟ 2000 BHT ਦੀ ਔਸਤ ਸੈਲਰੀ ਪਾਉਣੀ ਹੋਏਗੀ। ਇਸ ਤੋਂ ਇਲਾਵਾ ਬਹਿਰੀਨ ਵਿੱਚ ਇੱਕ ਨਿਸ਼ਚਿਤ ਮੁੱਲ ਤੋਂ ਜ਼ਿਆਦਾ ਦੇ ਸੰਪਤੀ ਦੇ ਮਾਲਕ, ਸੇਵਾ ਮੁਕਤ ਅਤੇ ਜ਼ਿਆਦਾ ਪ੍ਰਤਿਭਾਸ਼ਾਲੀ ਵਿਅਕਤੀ ਜੋ ਕੁਝ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਉਹ ਵੀ ਯੋਗ ਹੋਣਗੇ। ਕਿਸੇ ਵੀ ਦੇਸ਼ ਦੀ ਯਾਤਰਾ ਕਰਨ ਦੇ ਲਈ 2 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਪਹਿਲਾ ਹੈ ਪਾਸਪੋਰਟ ਅਤੇ ਦੂਜਾ ਹੈ ਵੀਜ਼ਾ। ਵਿਦੇਸ਼ਾਂ ਵਿੱਚ ਆਪ ਦਾ ਪਾਸਪੋਰਟ ਆਪ ਨੂੰ ਇੱਕ ਪਛਾਣ ਮੁਹੱਈਆ ਕਰਵਾਉਂਦਾ ਹੈ। ਵੀਜ਼ਾ ਇੱਕ ਤਰ੍ਹਾਂ ਦਾ ਆਗਿਆ ਪੱਤਰ ਹੁੰਦਾ ਹੈ ਜਿਸ ਨਾਲ ਤੁਹਾਨੂੰ ਸੰਬੰਧਿਤ ਦੇਸ਼ ਵਿੱਚ ਐਂਟਰ ਹੋਣ ਦੀ ਆਗਿਆ ਮਿਲਦੀ ਹੈ। ਕੈਨੇਡਾ ਵਿੱਚ ਲਾਜ਼ਮੀ ਟੀਕਾਕਰਨ ਦੇ ਵਿਰੋਧ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਭਾਰਤ ਨੇ ਉੱਥੇ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਮੰਗਲਵਾਰ ਨੂੰ ਇਸ ਸੰਬੰਧ ਵਿੱਚ ਐਡਵਾਈਜ਼ਰੀ ਜਾਰੀ ਕੀਤੀ। ਇਸ ਵਿੱਚ ਕਿਹਾ ਗਿਆ ਕਿ ਵਰਤਮਾਨ ਹਾਲਾਤ ਨੂੰ ਦੇਖਦੇ ਹੋਏ ਕੈਨੇਡਾ 'ਚ ਰਹਿਣ ਵਾਲੇ ਅਤੇ ਇੱਥੇ ਆਉਣ ਦੀ ਯੋਜਨਾ ਬਣਾਉਣ ਵਾਲੇ ਭਾਰਤੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਉਹਨਾਂ ਨੇ ਕਿਹਾ ਹੈ ਕਿ ਪ੍ਰਦਰਸ਼ਨ ਵਾਲੇ ਖੇਤਰਾਂ 'ਚ ਜਾਣ ਤੋਂ ਬਚਣਾ ਚਾਹੀਦਾ ਹੈ। ਹਾਈ ਕਮਿਸ਼ਨਰ ਨੇ ਕਿਹਾ ਕਿ ਓਟਾਵਾ ਵਿੱਚ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਦੂਜੇ ਸ਼ਹਿਰਾਂ ਵਿੱਚ ਕਰਫਿਊ ਲਗਾਇਆ ਜਾ ਸਕਦਾ ਹੈ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਓਟਾਵਾ ਤੇ ਟੋਰਾਂਟੋ ਸਮੇਤ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਕੈਨੇਡਾ ਨੇ ਇੱਕ ਆਨਲਾਈਨ ਪੋਰਟਲ ਸ਼ੁਰੂ ਕੀਤਾ ਹੈ ਜਿੱਥੇ ਪਤੀ ਪਤਨੀ ਅਤੇ ਬਾਲ ਸਪਾਂਸਰਸ਼ਿਪ ਬਿਨੇਕਾਰ ਆਪਣੀ ਇਮੀਗ੍ਰੇਸ਼ਨ ਅਰਜ਼ੀ ਨੂੰ ਆਨਲਾਈਨ ਟਰੈਕ ਕਰ ਸਕਦੇ ਨੇ। ਟਰੈਕਰ ਸਰਕਾਰੀ ਵੈਬਸਾਈਟ ਤੇ ਪਾਇਆ ਜਾ ਸਕਦਾ ਹੈ। ਇਹ ਵਰਤਮਾਨ ਵਿੱਚ ਕੇਵਲ ਉਹਨਾਂ ਲੋਕਾਂ ਲਈ ਹੈ ਜੋ ਪਤੀ ਪਤਨੀ, ਕਾਮਨ ਲਾਅ ਅਤੇ ਨਿਰਭਰ ਚਾਈਲਡ ਸਪਾਂਸਰਸ਼ਿਪ ਲਈ ਅਰਜ਼ੀ ਦੇ ਰਹੇ ਨੇ। ਇਹ ਬਿਨੇਕਾਰਾਂ ਦੇ ਨਾਲ-ਨਾਲ ਪ੍ਰਤੀਨਿਧਾਂ ਲਈ ਵੀ ਉਪਲਬਧ ਹੈ। ਇਮੀਗ੍ਰੇਸ਼ਨ ਰਿਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਨਲਾਈਨ ਫਾਰਮ ਦੇ ਨੋਟ ਕਰਦਾ ਹੈ ਕਿ IRCC ਅਫਸਰਾਂ ਦੁਆਰਾ ਕੋਈ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਕਿਸੇ ਵੀ ਸਮੇਂ ਟਰੈਕਰ ਦੀ ਜਾਣਕਾਰੀ ਬਦਲ ਸਕਦੀ ਹੈ। ਇਹ ਵੀ ਕਹਿੰਦਾ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨਾਂ ਦੀ ਅਸਲ ਪ੍ਰਗਤੀ ਅਤੇ ਟਰੈਕਰ ਵਿੱਚ ਦਿਖਾਈ ਗਈ ਜਾਣਕਾਰੀ ਵਿੱਚ ਕੁਝ ਦੇਰੀ ਜਾਂ ਅੰਤਰ ਹੋ ਸਕਦੇ ਨੇ। ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਦੁਆਰਾ ਟਰੈਕਰ ਦੀ ਘੋਸ਼ਣਾ ਕੀਤੀ ਗਈ ਸੀ। ਇੱਕ ਸਰਕਾਰੀ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ, ਅਸੀਂ ਸਮਝਦੇ ਹਾਂ ਕਿ ਗਾਹਕ ਆਪਣੀਆਂ ਕੇਸ ਫਾਈਲਾਂ ਤੇ ਸਥਿਤੀ ਅਪਡੇਟ ਤੱਕ ਆਸਾਨ ਪਹੁੰਚਣਾ ਚਾਹੁੰਦੇ ਹਨ। ਇਸ ਲਈ ਅਸੀਂ ਫਰਵਰੀ 2022 ਵਿੱਚ ਪਤੀ ਪਤਨੀ ਅਤੇ ਨਿਰਭਰ ਲੋਕਾਂ ਲਈ ਇੱਕ ਨਵਾਂ ਸਥਾਈ ਨਿਵਾਸ ਐਪਲੀਕੇਸ਼ਨ ਟਰੈਕਰ ਵੀ ਪੇਸ਼ ਕਰਾਂਗੇ ਤਾਂ ਜੋ ਗਾਹਕ ਆਸਾਨੀ ਨਾਲ ਆਪਣੀ ਅਰਜ਼ੀ ਦੀ ਜਾਣਕਾਰੀ ਅਤੇ ਸਥਿਤੀ ਨੂੰ ਆਨਲਾਈਨ ਐਕਸੈਸ ਕਰ ਸਕਣ। ਸਰਕਾਰ 2022 ਦੀਆਂ ਗਰਮੀਆਂ 'ਚ ਹੋਰ ਭਵਿੱਖੀ ਪ੍ਰਵਾਸੀਆਂ ਲਈ ਆਨਲਾਈਨ ਅਰਜ਼ੀਆਂ ਦਾ ਵਿਸਤਾਰ ਵੀ ਕਰਨਾ ਚਾਹੁੰਦੀ ਹੈ। ਵਧੇਰੇ ਆਨਲਾਈਨ ਅਰਜ਼ੀ ਪ੍ਰਕਿਰਿਆਵਾਂ ਵਿੱਚ ਤਬਦੀਲੀ ਦਾ ਉਦੇਸ਼ ਕਾਗਜ਼ੀ ਅਰਜ਼ੀਆਂ ਅਤੇ ਮਹਾਮਾਰੀ ਨਾਲ ਜੁੜੀਆਂ ਪ੍ਰਕਿਰਿਆਵਾਂ ਵਿੱਚ ਦੇਰੀ ਨੂੰ ਘਟਾਉਣਾ ਹੈ। ਰਿਲੀਜ਼ ਵਿੱਚ ਸਰਕਾਰ ਨੇ ਲਿਖਿਆ ਕਿ ਅੱਜ ਤੱਕ ਦੀਆਂ ਕੋਸ਼ਿਸ਼ਾਂ ਨੇ ਨਵੇਂ ਪਤੀ ਪਤਨੀ ਸਪਾਂਸਰਸ਼ਿਪ ਬਿਨੇਕਾਰਾਂ ਨੂੰ 12 ਮਹੀਨਿਆਂ ਦੇ ਸੇਵਾ ਮਿਆਰ ਤੇ ਵਾਪਸ ਜਾਣ ਲਈ ਔਸਤ ਪ੍ਰਕਿਰਿਆ ਦੇ ਸਮੇਂ ਦੀ ਆਗਿਆ ਦਿੱਤੀ ਹੈ। ਕੈਨੇਡਾ ਵਪਾਰ ਦੀਆਂ ਸਾਰੀਆਂ ਲਾਈਨਾਂ ਵਿੱਚ ਇਮੀਗ੍ਰੇਸ਼ਨ ਅਰਜ਼ੀਆਂ ਵਿੱਚ ਇੱਕ ਬੈਕਲੌਗ ਦਾ ਅਨੁਭਵ ਕਰ ਰਿਹਾ। ਦਸੰਬਰ 2021 ਤੱਕ 54,683 ਪਤੀ ਪਤਨੀ ਸਪਾਂਸਰਸ਼ਿਪ ਬਿਨੇਕਾਰ ਅਤੇ 8,848 ਬੱਚੇ ਅਤੇ ਹੋਰ ਪਰਿਵਾਰਕ ਸ਼੍ਰੇਣੀ ਦੇ ਬਿਨੇਕਾਰ ਫੈਸਲੇ ਦੀ ਉਡੀਕ ਕਰ ਰਹੇ ਸਨ। ਕੋਰੋਨਾ ਦੀ ਬਿਹਤਰ ਹੁੰਦੀ ਸਥਿਤੀ ਕਾਰਨ ਵਿਦੇਸ਼ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ 14 ਫਰਵਰੀ ਤੋਂ ਲਾਗੂ ਹੋਣਗੇ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਾ ਤਾਂ ਉਹਨਾਂ ਨੂੰ 7 ਦਿਨਾਂ ਲਈ ਕੁਆਰੰਟਾਈਨ ਹੋਣ ਦੀ ਲੋੜ ਹੋਏਗੀ ਤੇ ਨਾ ਹੀ ਆਗਮਨ ਦੇ 8ਵੇਂ ਦਿਨ RT-PCR ਜਾਂਚ ਕਰਵਾਉਣੀ ਪਏਗੀ। ਕੇਂਦਰੀ ਸਿਹਤ ਮੰਤਰੀ ਮਨਸੁਖ ਨੇ ਇੱਕ ਟਵੀਟ ਕਰਕੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀਆਂ 'ਚ ਸਿਰਫ 2% ਲੋਕਾਂ ਦੀ ਰੈਂਡਮ ਜਾਂਚ ਕਰਵਾਈ ਜਾਏਗੀ। ਏਅਰਪੋਰਟ ਤੇ ਇਹਨਾਂ ਦਾ ਨਮੂਨਾ ਲੈ ਕੇ ਇਹਨਾਂ ਨੂੰ ਘਰ ਜਾਣ ਦਿੱਤਾ ਜਾਏਗਾ। ਸਰਕਾਰ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਯਾਤਰੀਆਂ ਨੂੰ ਆਗਮਨ ਤੋਂ ਬਾਅਦ 14 ਦਿਨਾਂ ਲਈ ਆਪਣੀ ਸਿਹਤ ਦੀ ਖੁਦ ਨਿਗਰਾਨੀ ਕਰਨੀ ਪਏਗੀ ਤੇ ਜੇਕਰ ਕੋਰੋਨਾ ਦੇ ਲੱਛਣ ਦਿਸਦੇ ਨੇ ਤਾਂ ਉਹਨਾਂ ਨੂੰ ਖੁਦ ਨੂੰ ਆਈਸੋਲੇਟ ਕਰਨਾ ਪਏਗਾ। ਦੇਸ਼ਾਂ ਲਈ ਐਟ ਰਿਸਕ ਟੈਗ ਵੀ ਹਟਾ ਦਿੱਤਾ ਗਿਆ। ਇਹਨਾਂ ਤੋਂ ਇਲਾਵਾ 82 ਦੇਸ਼ਾਂ ਦੇ ਯਾਤਰੀਆਂ ਨੂੰ ਬੋਰਡਿੰਗ ਰਾਹੀਂ 72 ਘੰਟੇ ਪਹਿਲਾਂ ਨੈਗੇਟਿਵ RT-PCR ਰਿਪੋਰਟ ਦੀ ਬਜਾਏ ਪੂਰਨ ਟੀਕਾਕਰਨ ਦਾ ਸਰਟੀਫਿਕੇਟ ਅਪਲੋਡ ਕਰਨ ਦੀ ਆਗਿਆ ਹੈ।
82 ਦੇਸ਼ਾਂ ਵਿੱਚ ਉਹ ਸ਼ਾਮਲ ਹਨ ਜਿਨ੍ਹਾਂ ਦਾ ਭਾਰਤ ਨਾਲ ਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਜਾਂ WHO ਤੋਂ ਮਾਨਤਾ ਪ੍ਰਾਪਤ ਟੀਕਿਆਂ ਦੇ ਟੀਕਾਕਰਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਦਾ ਸਮਝੌਤਾ ਹੈ। ਕੋਰੋਨਾ ਦੇ ਘਟਦੇ ਮਾਮਲਿਆਂ ਦੇ ਚਲਦਿਆਂ ਯੂਕੇ ਸਰਕਾਰ ਨੇ ਵੱਡਾ ਫੈਸਲਾ ਲਿਆ। ਹੁਣ ਇੱਥੇ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ 11 ਫਰਵਰੀ ਤੋਂ ਹੁਣ ਕੋਈ ਮੈਡੀਕਲ ਟੈਸਟ ਕਰਵਾਉਣ ਦੀ ਲੋੜ ਨਹੀਂ। ਹਾਲਾਂਕਿ ਉਹਨਾਂ ਨੂੰ ਅਜੇ ਵੀ ਇੱਕ ਯਾਤਰੀ ਲੋਕੇਟਰ ਫਾਰਮ ਕਰਨਾ ਹੋਏਗਾ। ਇਹ ਜਾਣਕਾਰੀ ਇਸ ਹਫ਼ਤੇ ਆਈ ਹੈ। ਯੂਕੇ ਸਰਕਾਰ ਨੇ ਇੱਕ ਬਿਆਨ ਵਿੱਚ ਇਸ ਹਫ਼ਤੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਉਹਨਾਂ ਨੂੰ ਰਵਾਨਗੀ ਤੋਂ ਪਹਿਲਾਂ ਇੱਕ ਨੈਗੇਟਿਵ RT-PCR ਟੈਸਟ ਦੀ ਰਿਪੋਰਟ ਦੇਣੀ ਹੋਏਗੀ ਅਤੇ ਰਿਪੋਰਟ ਆਉਣ ਦੇ ਦੂਜੇ ਦਿਨ ਜਾਂ ਇਸ ਤੋਂ ਪਹਿਲਾਂ ਇੱਕ ਹੋਰ ਟੈਸਟ ਵੀ ਕਰਵਾਉਣਾ ਹੋਏਗਾ। ਕਿਸੇ ਵੀ ਯਾਤਰੀ ਨੂੰ ਪਹੁੰਚਣ ਤੇ ਸੈਲਫ ਆਈਸੋਲੇਸ਼ਨ ਦੀ ਲੋੜ ਨਹੀਂ ਹੋਏਗੀ ਅਤੇ ਅਜਿਹਾ ਸਿਰਫ ਤਾਂ ਹੀ ਕਰਨਾ ਪਏਗਾ ਜੇ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਕੇ ਵਿੱਚ ਪਹੁੰਚਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਸਾਰੇ ਟੈਸਟਿੰਗ ਉਪਾਅ 11 ਫਰਵਰੀ ਨੂੰ ਸਵੇਰੇ 4 ਵਜੇ ਤੋਂ ਹਟਾ ਦਿੱਤੇ ਜਾਣਗੇ ਕਿਉਂਕਿ ਸਰਕਾਰ ਯਾਤਰਾ ਸੈਕਟਰ ਨੂੰ ਮੁੜ ਖੋਲ੍ਹਣ ਦੀ ਇੱਕ ਕਦਮ ਹੋਰ ਅੱਗੇ ਵਧਾ ਰਹੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਯਾਤਰਾ ਨਿਯਮਾਂ ਵਿੱਚ ਬਦਲਾਅ ਵਿਦਿਅਕ ਸੰਸਥਾਵਾਂ ਲਈ ਫਰਵਰੀ ਦੇ ਅੱਧੇ ਕਾਰਜਕਾਲ ਤੋਂ ਪਹਿਲਾਂ ਕੀਤੇ ਜਾਣਗੇ ਅਤੇ ਬ੍ਰਿਟੇਨ ਦੇ ਬੂਸਟਰ ਪ੍ਰੋਗਰਾਮ ਦੀ ਸਫਲਤਾ ਦੀ ਪਾਲਣਾ ਕਰਨਗੇ। ਯੂਕੇ ਸਰਕਾਰ ਦੇਸ਼ ਵਿੱਚ ਕੋਵਿਡ-19 ਵੈਕਸੀਨ ਅਤੇ ਬੂਸਟਰ ਰੋਲ ਆਊਟ ਦੀ ਸਫਲਤਾ ਕਰਕੇ ਯਾਤਰਾ ਪਾਬੰਦੀਆਂ ਦੀ ਗਿਣਤੀ ਨੂੰ ਘਟਾਉਣ ਦੇ ਸਮਰੱਥ ਹੈ। ਫਿਲੀਪੀਨ ਨੇ ਕੋਵਿਡ ਮਾਮਲਿਆਂ ਵਿੱਚ ਗਿਰਾਵਟ ਦੇ ਮੱਦੇਨਜ਼ਰ ਵਿਦੇਸ਼ੀ ਯਾਤਰੀਆਂ ਦੇ ਦੇਸ਼ ਵਿੱਚ ਦਾਖਲ ਹੋਣ ਤੋਂ ਲਗਭਗ ਸਾਲ ਤੋਂ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਇਸ ਹਫ਼ਤੇ ਵੀਰਵਾਰ ਨੂੰ ਹਟਾ ਦਿੱਤਾ। ਇਸ ਨਾਲ ਸੈਰ ਸਪਾਟਾ ਅਤੇ ਉਸ ਨਾਲ ਜੁੜੇ ਉਦਯੋਗਾਂ ਨੂੰ ਵਧਾਵਾ ਮਿਲ ਸਕੇਗਾ। ਫਿਲੀਪੀਨ ਦੇ ਨਾਲ ਵੀਜ਼ਾ ਮੁਕਤ ਵਿਵਸਥਾ ਵਾਲੇ 157 ਦੇਸ਼ਾਂ ਦੇ ਯਾਤਰੀ ਜੋ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਨੇ ਉਹ ਫਿਲੀਪੀਨ ਆ ਸਕਦੇ ਨੇ ਅਤੇ ਆਗਮਨ ਤੇ ਉਹਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਨਹੀਂ ਹੋਏਗੀ। ਦੇਸ਼ ਦੀ ਸਰਕਾਰ ਨੇ ਜ਼ੋਖਮ ਦੇ ਵਰਗੀਕਰਨ ਦੀ ਵਿਵਸਥਾ ਵੀ ਖਤਮ ਕਰ ਦਿੱਤੀ ਹੈ ਕਿਉਂਕਿ ਇਸ ਦੇ ਤਹਿਤ ਵੱਧ ਸੰਕਰਮਣ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਸੀ। ਟੂਰਿਜ਼ਮ ਸਕੱਤਰ ਬੇਰਨਾ ਨੇ ਕਿਹਾ ਕਿ ਮਹਾਮਾਰੀ ਦੇ ਪ੍ਰਭਾਵ ਤੋਂ ਉਭਰਨ ਵਿੱਚ ਅਸੀਂ ਨਵਾਂ ਅਧਿਆਇ ਲਿਖਾਂਗੇ। ਉਹਨਾਂ ਨੇ ਕਿਹਾ ਕਿ ਸਰਹੱਦ ਮੁੜ ਖੁੱਲ੍ਹਣ ਨਾਲ ਰੁਜ਼ਗਾਰ ਦੇ ਮੌਕੇ ਬਹਾਲ ਹੋਣਗੇ ਅਤੇ ਟੂਰਿਜ਼ਮ ਨਾਲ ਜੁੜੇ ਉਦਯੋਗਾਂ ਨੂੰ ਫਾਇਦਾ ਹੋਏਗਾ। ਟਰਾਈ ਸਿਟੀ ਦੇ ਲੋਕਾਂ ਨੂੰ ਸਮਰ ਸ਼ਡਿਊਲ ਵਿੱਚ ਬੰਦ ਫਲਾਈਟਾਂ ਦੁਬਾਰਾ ਮਿਲ ਸਕਦੀਆਂ ਨੇ। ਜਾਣਕਾਰੀ ਅਨੁਸਾਰ ਕੋਵਿਡ-19 ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਜਾਣ ਵਾਲੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸੀ ਪਰ ਏਅਰਪੋਰਟ ਅਥਾਰਟੀ ਵੱਲੋਂ 27 ਮਾਰਚ ਨੂੰ ਸ਼ਡਿਊਲ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਸ ਲਈ ਏਅਰਲਾਈਨਸ ਕੰਪਨੀਆਂ ਨੇ ਸਲਾਟ ਦੀ ਮੰਗ ਕੀਤੀ ਹੈ। ਇਹੀ ਨਹੀਂ, ਏਅਰ ਇੰਡੀਆ ਏਅਰਲਾਈਨਸ ਦੇ ਟਾਟਾ ਦੇ ਹੱਥਾਂ ਵਿੱਚ ਚਲੇ ਜਾਣ ਤੋਂ ਬਾਅਦ ਬੈਂਕਾਕ ਦੀਆਂ ਫਲਾਈਟਾਂ ਦੁਬਾਰਾ ਸ਼ੁਰੂ ਹੋ ਸਕਦੀਆਂ ਨੇ। ਇਸ ਸੰਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦ ਕੀਤੀਆਂ ਗਈਆਂ ਫਲਾਈਟਸ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਅਜਿਹੇ ਵਿੱਚ 3 ਸਾਲ ਪਹਿਲਾਂ ਬੰਦ ਬੈਂਕਾਕ ਦੀ ਫਲਾਈਟ ਦੁਬਾਰਾ ਸ਼ੁਰੂ ਹੋਏਗੀ। ਦੇਸ਼ ਅਤੇ ਸ਼ਹਿਰ ਵਿੱਚ ਕੋਵਿਡ-19 ਦਾ ਪ੍ਰਭਾਵ ਜ਼ਿਆਦਾ ਹੋਣ ਕਾਰਨ ਭਾਰਤ ਸਰਕਾਰ ਅਤੇ ਅਥਾਰਟੀ ਨੇ ਦੁਬਈ ਜਾਣ ਵਾਲੀਆਂ ਫਲਾਈਟਸ ਨੂੰ 2020 ਵਿੱਚ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਰੀਆਂ ਫਲਾਈਟਸ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਪਰ ਇੰਡੀਗੋ ਏਅਰਲਾਈਨਸ ਦੀ ਦੁਬਈ ਜਾਣ ਵਾਲੀ ਫਲਾਈਟ 1 ਸਾਲ ਤੋਂ ਬੰਦ ਹੈ ਜਦੋਂ ਕਿ ਅਥਾਰਟੀ ਵੱਲੋਂ ਤਿਆਰ ਕੀਤੇ ਜਾ ਰਹੇ ਸਮਰ ਸ਼ਡਿਊਲ ਵਿੱਚ ਦੁਬਈ ਦੀ ਫਲਾਈਟ ਨੂੰ ਦੁਬਾਰਾ ਸ਼ਾਮਲ ਕਰ ਲਿਆ ਗਿਆ। ਇਸ ਲਈ ਅੰਦਾਜ਼ਾ ਹੈ ਕਿ 27 ਮਾਰਚ ਤੋਂ ਬਾਅਦ ਚੰਡੀਗੜ੍ਹ ਤੋਂ ਦੂਜੀਆਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਹੋ ਜਾਣਗੀਆਂ। ਏਅਰ ਇੰਡੀਆ ਨੇ ਬੈਂਕਾਕ ਲਈ ਫਲਾਈਟ ਸ਼ੁਰੂ ਕੀਤੀ ਸੀ ਪਰ ਏਅਰਲਾਈਨ ਸੰਚਾਲਕਾਂ ਨੇ ਮੁਸਾਫਰਾਂ ਦੀ ਘਾਟ ਦਾ ਹਵਾਲਾ ਦੇ ਕੇ 2019 ਵਿੱਚ ਇਸ ਨੂੰ ਬੰਦ ਕਰ ਦਿੱਤਾ ਸੀ। ਏਅਰ ਇੰਡੀਆ ਦੇ ਟਾਟਾ ਦੇ ਹੱਥਾਂ ਵਿੱਚ ਜਾਣ ਤੋਂ ਬਾਅਦ ਹੁਣ ਆਸ ਹੈ ਕਿ ਫਲਾਈਟ ਦੁਬਾਰਾ ਸ਼ੁਰੂ ਹੋਏਗੀ। ਸੂਤਰਾਂ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੰਦ ਫਲਾਈਟਾਂ ਜਲਦੀ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਇਸ ਲਈ ਅੰਦਾਜ਼ਾ ਹੈ ਕਿ ਸਮਰ ਸ਼ਡਿਊਲ ਵਿੱਚ ਬੈਂਕਾਕ ਦੀ ਵੀ ਫਲਾਈਟ ਚੱਲ ਸਕਦੀ ਹੈ। ਨਾਲ ਹੀ ਚੰਡੀਗੜ੍ਹ ਏਅਰਪੋਰਟ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਕਈ ਫਲਾਈਟਾਂ ਬੰਦ ਨੇ ਜੋ ਦੁਬਾਰਾ ਚੱਲ ਸਕਦੀਆਂ ਨੇ। ਏਅਰ ਇੰਡੀਆ ਦੀ 69 ਸਾਲਾ ਵਾਪਸੀ ਤੋਂ ਬਾਅਦ ਰਤਨ ਟਾਟਾ ਆਪਣੀ ਇਸ ਏਅਰਲਾਈਨ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਕਈ ਕੋਸ਼ਿਸ਼ਾਂ ਕਰ ਰਹੇ ਨੇ। ਇਹਨਾਂ ਕੋਸ਼ਿਸ਼ਾਂ ਵਿੱਚ ਆਪਣੇ ਯਾਤਰੀਆਂ ਨੂੰ ਵਧੀਆ ਸਹੂਲਤਾਂ ਅਤੇ ਆਰਾਮਦਾਇਕ ਸਫ਼ਰ ਦੇਣਾ ਵੀ ਸ਼ਾਮਲ ਹੈ। ਏਅਰ ਇੰਡੀਆ ਅਤੇ ਏਅਰ ਏਸ਼ੀਆ ਦਰਮਿਆਨ ਸਮਝੌਤੇ ਤਹਿਤ ਹੁਣ ਯਾਤਰੀ ਇੱਕ ਏਅਰਲਾਈਨ ਦੀ ਟਿਕਟ ਲੈ ਕੇ ਦੂਸਰੀ ਏਅਰਲਾਈਨ ਦੀ ਫਲਾਈਟ ਵਿੱਚ ਯਾਤਰਾ ਕਰ ਸਕਣਗੇ। ਸਮਝੌਤੇ ਤਹਿਤ ਜੇਕਰ ਦੋਵਾਂ ਵਿੱਚੋਂ ਕਿਸੇ ਵੀ ਏਅਰਲਾਈਨ ਦੇ ਸੰਚਾਲਨ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਇੱਕ ਏਅਰਲਾਈਨ ਦੇ ਦੂਜੇ ਯਾਤਰੀ ਦੂਜੀ ਏਅਰਲਾਈਨ
에ਅਰਲਾਈਨ ਵਿੱਚ ਆਪਣੀ ਯਾਤਰਾ ਪੂਰੀ ਕਰ ਸਕਣਗੇ। ਭਾਵ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਜਿਹੜੀ ਫਲਾਈਟ ਪਹਿਲਾਂ ਉਪਲਬਧ ਹੋਵੇਗੀ, ਯਾਤਰੀਆਂ ਨੂੰ ਉਸੇ ਫਲਾਈਟ ਵਿੱਚ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾਏਗੀ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਅਤੇ ਯਾਤਰੀ ਸਮੇਂ ਸਿਰ ਆਪਣੀ ਯਾਤਰਾ ਪੂਰੀ ਕਰ ਸਕਣ। ਇਸ ਤੋਂ ਸਹੂਲਤ ਲਈ ਹੋਰ ਉਪਲਬਧ ਉਡਾਣਾਂ ਵਿੱਚ ਸੀਟ ਦੀ ਉਪਲਬਧਤਾ ਦੀ ਜਾਂਚ ਕੀਤੀ ਜਾਏਗੀ। ਉਸ ਦੇ ਆਧਾਰ ਤੇ ਜੋ 에ਅਰਪੋਰਟ ਮੈਨੇਜਰ ਉੱਥੇ ਮੌਜੂਦ ਹੋਵੇਗਾ ਉਹ ਇਸ ਸੰਬੰਧੀ ਫੈਸਲਾ ਲੈਣ ਦੇ ਯੋਗ ਹੋਵੇਗਾ। ਦੋਵਾਂ 에ਅਰਲਾਈਨਾਂ ਵਿਚਾਲੇ ਹੋਏ ਸਮਝੌਤੇ ਤਹਿਤ ਇਹ ਵਿਵਸਥਾ 10 ਫਰਵਰੀ 2022 ਤੋਂ ਫਰਵਰੀ 2024 ਤੱਕ ਲਾਗੂ ਰਹੇਗੀ। ਹਾਲਾਂਕਿ ਇਹ ਵਿਵਸਥਾ ਸਿਰਫ ਘਰੇਲੂ ਉਡਾਣਾਂ ਲਈ ਲਾਗੂ ਹੈ। ਇਹਨਾਂ ਦੋਵਾਂ 에ਅਰਲਾਈਨਾਂ ਨੇ ਇੱਕ ਸਮਝੌਤੇ ਰਾਹੀਂ IROPS ਵਿਵਸਥਾ ਨੂੰ ਅਪਣਾਇਆ ਹੈ ਜੋ ਕਿਸੇ ਇੱਕ 에ਅਰਲਾਈਨ ਦੇ ਸੰਚਾਲਨ ਵਿੱਚ ਵਿਘਨ ਪੈਣ ਦੀ ਸਥਿਤੀ 'ਚ ਯਾਤਰੀਆਂ ਨੂੰ ਦੂਜੀ 에ਅਰਲਾਈਨਾਂ ਦੀਆਂ ਉਡਾਣਾਂ ਵਿੱਚ ਤਬਦੀਲ ਕਰਨ ਦੀ ਆਗਿਆ ਦਿੰਦਾ ਹੈ। ਭਾਰਤ ਮਿਆਂਮਾਰ ਸਰਹੱਦ ਤੇ ਆਵਾਜਾਈ ਆਮ ਵਾਂਗ ਹੋਣ ਨਾਲ ਦਿੱਲੀ ਤੋਂ ਲੰਡਨ ਲਈ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਾਲ ਸਤੰਬਰ ਵਿੱਚ ਅਤੀ ਆਧੁਨਿਕ ਸਹੂਲਤਾਂ ਵਾਲੀਆਂ ਲਗਜ਼ਰੀ ਬੱਸਾਂ ਲੰਡਨ ਤੋਂ ਦਿੱਲੀ ਲਈ ਰਵਾਨਾ ਹੋਣਗੀਆਂ। ਇੱਕ ਵਾਰ ਰੂਟ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਬਾਅਦ ਐਡਵੈਂਚਰਸ ਓਵਰਲੈਂਡ ਦੁਆਰਾ ਬੱਸ ਟੂ ਲੰਡਨ ਪਹਿਲਕਦਮੀ ਤਹਿਤ ਇਹ ਬੱਸ ਵਿੱਚ ਸਫ਼ਰ ਕਰਨ ਦੇ ਇੱਛੁਕ ਲੋਕ 70 ਦਿਨਾਂ 'ਚ ਲਗਭਗ 20,000 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ 18 ਦੇਸ਼ਾਂ ਦੀ ਯਾਤਰਾ ਕਰ ਸਕਦੇ ਨੇ। ਇਸ ਦੇ ਲਈ 15,000 ਪਾਉਂਡ ਜਾਨੀ ਕਰੀਬ 15 ਲੱਖ ਰੁਪਏ ਦਾ ਖਰਚੇ ਹੋਣ ਦੇ ਅਨੁਮਾਨ ਹੈ। ਇਸ ਪੈਕੇਜ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਟਿਕਟ, ਵੀਜ਼ਾ ਅਤੇ ਰਿਹਾਇਸ਼ ਵਰਗੀਆਂ ਸਾਰੀਆਂ ਸੇਵਾਵਾਂ ਸ਼ਾਮਲ ਹੋਣਗੀਆਂ। 40 ਸਾਲਾਂ ਬਾਅਦ ਇਹ ਦੂਜੀ ਵਾਰ ਹੋਏਗਾ ਜਦੋਂ ਲੋਕਾਂ ਨੂੰ ਦਿੱਲੀ ਤੋਂ ਲੰਡਨ ਤੱਕ ਬੱਸ ਸੇਵਾ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਇਹ ਸਨ ਇਸ ਹਫ਼ਤੇ ਦੀਆਂ ਵੀਕਲੀ ਇਮੀਗ੍ਰੇਸ਼ਨ ਅਪਡੇਟ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।